ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪਣਾ ਵਿਸ਼ਾ ਆ ਕਿ ਪੂਰੇ ਜਾਗਰੂਕ ਹੋ ਕੇ, ਪੂਰੇ ਸੁਚੇਤ ਹੋ ਕੇ ਅਤੇ ਪੂਰੀ ਸੋਝੀ ਨਾਲ ਕਿਵੇਂ ਜਿਉਣਾ ਹੁੰਦਾ ਆ ਕਿ ਜਿਉਣਾ ਬਣ ਜਾਵੇ। ਸੋ ਹੁਣ ਜਿਹੜੇ ਵਿਸ਼ੇ ਨੇ ਉਹਨਾਂ ਦੀ ਲੜੀ ਚੱਲਣੀ ਆ। ਉਹਨਾਂ ਦਾ ਸਭ ਤੋਂ ਪਹਿਲਾ ਵਿਸ਼ਾ ਆ ਸੋਝੀ, ਕਿ ਸਾਨੂੰ ਜਿਉਣ ਦੀ ਸੋਝੀ ਹੋਵੇ। ਸਾਡੇ ਸੁੱਖ ਦੁੱਖ ਸਾਡੀ ਸੋਝੀ ਤੋਂ ਉਪਜਦੇ ਆ। ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਦੁਖੀ ਹਾਂ ਜਾਂ ਸੁਖੀ ਹਾਂ, ਅਸੀਂ ਉਸ ਵੇਲੇ ਪੂਰੇ ਜਾਗਰੂਕ, ਪੂਰੇ ਅਵੇਅਰ ਨਹੀਂ ਹੁੰਦੇ ਕਿ ਅਸੀਂ ਕੀ ਕਹਿ ਰਹੇ ਹਾਂ ਅਤੇ ਇਹ ਗੱਲ ਕਿੱਥੋਂ ਆਈ ਆ ਅਤੇ ਇਸ ਦੁੱਖ ਦਾ ਕੀ ਰੀਜ਼ਨ ਆ। ਕਹਿ ਲਓ ਕਿ ਸਾਨੂੰ ਗਿਆਨ ਦੀ ਜਾਂ ਇਨਫੋਰਮੇਸ਼ਨ ਦੀ ਘਾਟ ਹੁੰਦੀ ਆ, ਜਾਂ ਸਾਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਕਿਸੇ ਗੱਲ ਬਾਰੇ। ਫਿਰ ਜਿੱਥੇ ਸਾਨੂੰ ਜਾਣਕਾਰੀ ਨਹੀਂ ਹੁੰਦੀ, ਉਹ ਚੀਜ਼, ਉਹ ਗੱਲ ਦੁੱਖ ਬਣ ਜਾਂਦੀ ਆ। ਅਤੇ ਜਦੋਂ ਅਸੀਂ ਪੂਰੇ ਸੁਚੇਤ ਹੋ ਕੇ ਸਮਝ ਕੇ ਜ਼ਿੰਦਗੀ ਨੂੰ ਜੀਂਦੇ ਹਾਂ, ਜਿਹਨੂੰ ਕਹਿੰਦੇ ਸਮਝ ਕੇ ਚੱਲਣਾ, ਫਿਰ ਉਹ ਚੀਜ਼ ਸੁੱਖ ਬਣ ਜਾਂਦੀ ਆ। ਉਹ ਗੱਲਬਾਤ, ਉਹ ਰਿਸ਼ਤਾ ਜਿੱਥੇ ਸਮਝ ਹੈਗੀ ਆ, ਕਹਿੰਦੇ ਹੁੰਦੇ ਨਾ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ। ਫਿਰ ਅੰਡਰਸਟੈਂਡਿੰਗ ਹੋਰ ਕੀ ਹੁੰਦੀ ਆ ਕਿ ਤੁਹਾਨੂੰ ਪੂਰੀ ਜਾਣਕਾਰੀ ਆ ਕਿ ਤੁਸੀਂ ਜੀ ਕੀ ਰਹੇ ਆ। ਸਹੀ ਗਲਤ ਦੀ ਜਾਣਕਾਰੀ ਆ, ਸੁੱਖ ਦੁੱਖ ਦੀ ਜਾਣਕਾਰੀ ਆ। ਤੁਸੀਂ ਆਪਣੀ ਜ਼ਿੰਦਗੀ ਨੂੰ ਪੂਰਾ ਨਾਪ ਤੋਲ ਕੇ ਸਮਝ ਕੇ ਜਿਉਂਦੇ ਆ, ਜਾਂ ਜਿਵੇਂ ਜਿੱਦਾਂ ਚੱਲੀ ਜਾ ਰਹੇ ਹਾਂ ਉੱਦਾਂ ਹੀ ਜੀ ਜਾ ਰਹੇ ਹਾਂ ਕਿ ਸੈਟ ਆਫ ਬਲੀਫਸ ਸਾਨੂੰ ਦੱਸੇ ਹੋਏ ਆ, ਕੁਛ ਗੱਲਾਂ ਤੁਰੀਆਂ ਆ ਰਹੀਆਂ ਨੇ ਜਿਹੜੀਆਂ ਸਾਰੇ ਅਪਣਾਈ ਜਾਂਦੇ ਨੇ ਕਿ ਆਹੀ ਸਿਸਟਮ ਆ, ਇੱਦਾਂ ਹੀ ਜੀਣਾ ਆ। ਜਾਂ ਅਸੀਂ ਆਪ ਖੋਜ ਕੀਤੀ ਆ ਕਿ ਜਿਉਣ ਦੇ ਕਿਹੜੇ ਢੰਗ ਨੇ। ਦੇਖੋ, ਕੁਦਰਤ ਦੇ ਵਿੱਚ, ਧਰਤੀ 'ਤੇ, ਇਸ ਆਪਣੇ ਗੋਲੇ 'ਚ ਸਾਰਾ ਕੁਛ ਪਿਆ ਆ। ਖੋਜਣਾ ਅਸੀਂ ਆ। ਗਿਆਨ ਭਰਿਆ ਪਿਆ ਆ ਖੰਡਾਂ ਬ੍ਰਹਿਮੰਡਾਂ 'ਚ। ਖੋਜਣਾ ਅਸੀਂ ਆ। ਅਸੀਂ ਉਹਦੇ ਤੱਕ ਪਹੁੰਚਣਾ ਆ, ਉਹਨੇ ਸਾਡੇ ਤੱਕ ਨਹੀਂ ਪਹੁੰਚਣਾ। ਅਸੀਂ ਦੇਖਣਾ ਆ ਕਿ ਹੁਣ ਅਸੀਂ ਇੱਥੇ ਮਾਰ ਖਾ ਜਾਂਦੇ ਜਦੋਂ ਅਸੀਂ ਕਹਿੰਦੇ ਕਿ ਗਿਆਨ ਤਾਂ ਗਿਆਨੀਆਂ ਨੂੰ ਹੁੰਦਾ ਆ ਨਾ, ਸਾਨੂੰ ਕੀ ਪਤਾ। ਪਰ ਖੋਜਣ ਦੀ ਸ਼ਕਤੀ ਤਾਂ ਸਾਰਿਆਂ ਨੂੰ ਦਿੱਤੀ ਆ ਨਾ। ਦਿਮਾਗ ਸਾਰਿਆਂ ਕੋ ਆ, ਹੱਥ ਪੈਰ ਗਿਆਨੀਆਂ ਕੋ ਵੀ ਆ, ਅਗਿਆਨੀਆਂ ਕੋ ਵੀ ਆ। ਜਿਹੜਾ ਖੋਜਦਾ ਆ ਉਹ ਜਿਉਂਦਾ ਆ। ਜਿਹੜਾ ਵਾਦ ਵਿਵਾਦ 'ਚ ਪਿਆ ਰਹਿੰਦਾ ਕਿ ਨਹੀਂ ਤੂੰ ਗਲਤ ਆ, ਤੂੰ ਸਹੀ ਆ, ਉਹ ਥੱਲੇ ਨੂੰ ਜਾਂਦਾ ਰਹਿੰਦਾ ਆ, ਉਹ ਘਟਦਾ ਰਹਿੰਦਾ ਆ। ਜਿਹੜਾ ਵੱਧਦਾ ਆ ਉਹ ਕੌਣ ਆ? ਜਿਹੜਾ ਖੋਜੀ ਜਾਂਦਾ ਆ ਅਤੇ ਸਹਿਜ ਸੁਭਾਏ ਚੱਲੀ ਜਾਂਦਾ ਆ। ਉਹ ਖੋਜਦਾ ਆ, ਲਰਨਰ, ਸੈਲਫ ਲਿਟਰੇਟ, ਜਿਹੜਾ ਆਪਣੇ ਆਪ ਨੂੰ ਆਪ ਗਿਆਨ ਹਾਸਲ ਕਰਦਾ ਆ। ਗੁਰੂ ਤੋਂ ਲੈ ਕੇ ਸੋਝੀ ਕਿ ਗਿਆਨ ਹਾਸਲ ਕਰਨਾ ਕਿੱਦਾਂ ਆ। ਜਿਹੜੇ ਆਪਣੇ ਆਪ ਨੂੰ ਘੜਦੇ ਨੇ ਉਹ ਅੱਗੇ ਜਾਂਦੇ ਨੇ। ਸੋ ਆਪਾਂ ਗੱਲ ਕਰਦੇ ਹਾਂ ਕਿ ਖੋਜ ਕਾਹਦੀ ਕਰਨੀ ਹੁੰਦੀ ਆ। ਸਭ ਤੋਂ ਪਹਿਲਾਂ ਤੁਹਾਨੂੰ ਕੀ ਮਿਲਿਆ? ਢਾਂਚਾ, ਸਰੀਰ ਆ। ਇਹਦੇ ਵਿੱਚ ਪਹਿਲਾਂ ਤਾਂ ਬਾਹਰੀ ਸਰੀਰ ਆ, ਚਰਬੀ, ਜਿਹਦੀ ਅਸੀਂ ਖੋਜ ਬਾਹਲੀ ਹੋਈ ਕਰਤੀ ਆ ਕਿ ਨਹੀਂ ਥਾਂ 'ਤੇ ਸੈਲੂਨ, ਪਾਰਲਰ ਐਂਡ ਸਾਰਾ ਹੀ ਕੁਛ ਹੈਗਾ ਸਾਡੇ ਕੋਲ, ਹੈ ਨਾ। ਫੈਸ਼ਨ ਦੀ ਖੋਜ ਅਸੀਂ ਬਹੁਤ ਈਜ਼ੀ ਕਰ ਲੈਂਦੇ ਹਾਂ। ਸਾਨੂੰ ਪਤਾ ਅਸੀਂ ਸੋਹਣੇ ਕਿੱਦਾਂ ਲੱਗਣਾ ਆ, ਇਹ ਅਸੀਂ ਇਸ ਚੀਜ਼ 'ਤੇ ਜ਼ੋਰ ਦਿੱਤਾ ਹੋਇਆ ਆ। ਉਹ ਵੀ ਸੋਹਣੀ ਗੱਲ ਆ, ਸੋਹਣੇ ਲੱਗੋ, ਪਰ ਜਿਹੜੀ ਰੀਅਲ ਅਸਲੀ ਖੋਜ ਆ ਜਿਹੜੀ ਰਹਿ ਗਈ ਵਿੱਚੇ ਹੀ ਕਿਤੇ, ਅਤੇ ਅਸੀਂ ਇੰਨੇ ਤਾਮ ਝਾਮ 'ਚ, ਹੈ ਨਾ, ਗਲੈਮਰਸ ਲੱਗਦੇ ਹੋਏ ਵੀ ਮੁਰਝਾਏ ਹੋਏ ਹੁੰਦੇ ਹਾਂ। ਬਾਅਦ ਵਿੱਚ ਐਂਡ ਆਫ ਦੀ ਡੇ ਅਸੀਂ ਉੱਥੇ ਹੀ ਬੈਠੇ ਹੁੰਦੇ ਹਾਂ ਜਿੱਥੇ ਸੀਗੇ, ਅਸੀਂ ਵਧੇ ਨਹੀਂ ਕਿਤੇ ਵੀ, ਹੈ ਨਾ। ਸੋ ਉਹ ਕਿਉਂ ਹੁੰਦਾ ਆ? ਜਦੋਂ ਅਸੀਂ ਇਹ ਨਹੀਂ ਖੋਜ ਕਰਦੇ ਕਿ ਸਰੀਰ ਦੇ ਅੰਦਰ ਕੀ ਸਿਸਟਮ ਆ, ਹੈ ਨਾ। ਸੋ ਉਹ ਕਿੱਥੋਂ ਬਣਦਾ ਸਿਸਟਮ? ਖਾਣ ਪੀਣ ਤੋਂ।
ਫਿਰ ਅਸੀਂ ਸਾਨੂੰ ਪਤਾ ਹੋਣਾ ਚਾਹੀਦਾ ਆ ਹੈ ਨਾ ਕਿ ਸਾਡੇ ਸਰੀਰ ਦੇ ਜਿਹੜਾ ਅੰਦਰਲਾ ਸਿਸਟਮ ਆ ਉਹ 'ਚ ਖੂਨ ਚੱਲ ਰਿਹਾ ਨਾੜਾਂ ਦੇ ਵਿੱਚ, ਜੋ ਵੀ ਅੰਦਰ ਸਿਸਟਮ ਆ, ਕਿਹੜੇ ਔਰਗਨਸ ਨੇ ਅੰਦਰ, ਉਹਨਾਂ ਦੀ ਹਰ ਔਰਗਨ ਦੀ ਕੀ ਅਹਿਮੀਅਤ ਆ, ਕਿਹੜੇ ਅੰਗ ਨੇ, ਅਤੇ ਉਹਨਾਂ ਅੰਗਾਂ ਨੂੰ ਕਿਹੜੀ ਕਿਹੜੀ ਡਾਈਟ ਚਾਹੀਦੀ ਆ, ਕਿੰਨੇ ਵਿਟਾਮਿਨਸ ਚਾਹੀਦੇ ਨੇ, ਮਿਨਰਲਸ ਚਾਹੀਦੇ ਨੇ, ਸਾਨੂੰ ਕਿਹੜੇ ਕਿਹੜੇ ਤੱਤ ਸਰੀਰ ਲਈ ਚਾਹੀਦੇ ਨੇ। ਪਹਿਲੀ ਗੱਲ ਤਾਂ 5 ਜਿਹੜੇ ਹਵਾ, ਪਾਣੀ, ਮਿੱਟੀ, ਆਕਸੀਜਨ, ਖੁੱਲ੍ਹੀ ਹਵਾ, ਖੁੱਲ੍ਹਾ ਆਸਮਾਨ ਜਿਹਦੇ ਥੱਲੇ ਅਸੀਂ ਤਾਰਿਆਂ ਨੂੰ ਦੇਖ ਕੇ ਅੱਗੇ ਰਾਤਾਂ ਨੂੰ ਸੌਂਦੇ ਹੁੰਦੇ ਸੀ ਗੱਲਾਂ ਕਰਕੇ, ਹੈ ਨਾ। ਸੋ ਗੱਲਬਾਤ ਕਰਨੀ, ਹੈ ਨਾ, ਰਿਸ਼ਤੇ ਜਿਹੜੇ ਸਾਡੇ ਜੋੜ ਨੇ ਉਹਨਾਂ ਦੇ ਨਾਲ ਕਿਵੇਂ ਰੌਣਕ ਹੁੰਦੀ ਸੀ, ਉਹ ਚੀਜ਼ਾਂ। ਕੀ ਸਾਨੂੰ ਇਹ ਸਾਰਾ ਕੁਛ ਪਤਾ ਆ ਕਿ ਸਾਡੇ ਸਰੀਰ ਲਈ ਕੀ ਜ਼ਰੂਰੀ ਆ? ਫਿਰ ਆਉਂਦਾ ਸਾਡਾ ਮਨ, ਫਿਰ ਦਿਮਾਗ, ਇਹਨਾਂ ਲਈ ਕਿਹੜੀ ਡਾਈਟ ਆ, ਪਹਿਲਾਂ ਇਹ ਖੋਜ ਕਰੋ, ਹੈ ਨਾ। ਕਿਹਦੇ ਵਿੱਚੋਂ ਮੈਨੂੰ ਵਾਈਟਾਮਿਨਸ ਮਿਲਣੇ ਆ, ਪਾਣੀ ਵਿੱਚੋਂ ਮੈਨੂੰ ਕੀ ਮਿਲਣਾ ਆ, ਮੈਂ ਕਿੰਨਾ ਪਾਣੀ ਪੀਣਾ ਆ, ਮੈਂ ਕਿੰਨੇ ਟਾਈਮ ਖਾਣਾ ਖਾਣਾ ਆ, ਅਤੇ ਇੱਕ ਵਾਰ ਜਦੋਂ ਖਾਣਾ ਖਾਧਾ ਉਹ ਤੋਂ ਅਗਲੇ ਕਿੰਨੇ ਘੰਟਿਆਂ ਤੱਕ ਮੈਂ ਖਾਣਾ ਨਹੀਂ ਖਾਣਾ, ਕਿਉਂਕਿ ਸਾਡੇ ਅੰਦਰ ਜਿਹੜੀ ਮਸ਼ੀਨ ਲੀਵਰ ਲੱਗਾ ਹੋਇਆ ਆ ਉਹ ਕਿੰਨੇ ਸਮੇਂ 'ਚ ਕਿੰਨਾ ਖਾਣਾ ਪਚਾਉਂਦਾ ਆ। ਕੀ ਇੱਦਾਂ ਦੀਆਂ ਖੋਜਾਂ ਅਸੀਂ ਕਰਦੇ ਹਾਂ? ਜੇ ਨਹੀਂ ਕਰਦੇ ਨਾ ਤਾਂ ਤੁਹਾਡੇ ਦੁੱਖਾਂ ਦਾ ਕਾਰਨ ਕੋਈ ਹੋਰ ਜਾਂ ਰੱਬ ਨਹੀਂ, ਤੁਸੀਂ ਖੁਦ ਆ। ਠੀਕ ਆ ਜੀ। ਸੋ ਇਹ ਖੋਜਾਂ ਕਰੋ। ਫਿਰ ਇਹ ਦੇਖੋ ਜਦੋਂ ਤੁਹਾਡੇ ਨਾਲ ਘਟਨਾਵਾਂ ਵਾਪਰਦੀਆਂ ਨੇ ਜਾਂ ਤੁਹਾਨੂੰ ਕਿਤੇ ਕੁਛ ਹੁੰਦਾ ਆ ਤਾਂ ਉਹਦੇ ਪਿੱਛੇ ਬੈਕਗਰਾਊਂਡ 'ਤੇ ਕੀ ਸੀ। ਕਿ ਤੁਸੀਂ ਜੇ ਗੱਡੀ 'ਚ ਜਾ ਰਹੇ ਆ ਤੁਹਾਡੀ ਸਪੀਡ ਕੀ ਆ, ਠੀਕ ਆ। ਜੇ ਤੁਸੀਂ ਕਿਸੇ ਨਾਲ ਗੱਲਬਾਤ ਕਰ ਰਹੇ ਆ, ਤੁਹਾਨੂੰ ਗੁੱਸਾ ਆ ਗਿਆ ਆ, ਤਾਂ ਉਹਦੇ ਪਿੱਛੇ ਰੀਜ਼ਨ ਕੀ ਆ ਕਿ ਤੁਹਾਨੂੰ ਅਗਲਾ ਉਕਸਾ ਸਕਿਆ ਆ ਗੁੱਸੇ ਹੋਣ ਲਈ, ਕਿ ਤੁਹਾਡੇ 'ਚ ਇੰਨੀ ਸਹਿਜਤਾ ਹੈ ਨਹੀਂ ਸੀ ਕਿ ਤੁਸੀਂ ਸਾਹਮਣੇ ਵਾਲੇ ਦੀ ਗੱਲ ਸੁਣ ਕੇ ਆਪਣੇ ਆਪੇ 'ਚ ਰਹਿੰਦੇ ਹੋਏ ਗੱਲ ਕਰ ਸਕੋ। ਇਹ ਜੇ ਨਹੀਂ ਸੀ ਤਾਂ ਕਿਉਂ ਨਹੀਂ ਸੀ? ਮੈਨੂੰ ਕਿੱਥੇ ਘਾਟ ਆ, ਮੈਂ ਇਹ ਕਿਵੇਂ ਪੂਰੀ ਕਰਨੀ ਆ? ਠੀਕ ਹੈ ਜੀ। ਸੋ ਫਿਰ ਤੁਸੀਂ ਇਹ ਦੇਖੋ ਕਿ ਮੈਂ ਆਪਣੀ ਨੈਗੇਟਿਵਿਟੀ ਨੂੰ ਕਿਵੇਂ ਸਹੀ ਕਰ ਸਕਦਾ ਹਾਂ ਜਾਂ ਕਰ ਸਕਦੀ ਹਾਂ। ਮੈਂ ਆਪਣੇ ਮਨ ਨੂੰ ਸਥਿਰ, ਜਿਹਨੂੰ ਕਹਿੰਦੇ ਹੁੰਦੇ ਸਥਿਰ, ਸਮਰੱਥ ਤਾਂ ਬਾਅਦ ਦੀ ਗੱਲ ਆ, ਟਿਕਾ ਕਿਵੇਂ ਸਕਦਾ ਹੈ? ਇਸ ਚੀਜ਼ ਦੀ ਖੋਜ ਕਰਨੀ ਬਣਦੀ ਆ ਨਾ। ਆਪਾਂ ਸਿੱਧਾ ਜਿਹਾ ਕਹਿ ਦਿੰਦੇ ਹਾਂ ਪਾਠ ਕਰੋ, ਗੁਰਬਾਣੀ ਪੜ੍ਹੋ। ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਆ, ਹੁਣ ਸਭ ਤੋਂ ਵੱਡੀ ਗੱਲ, ਜਦੋਂ ਤੁਸੀਂ ਕੋਈ ਵੀ ਸ਼ਬਦ ਪੜ੍ਹਦੇ ਆ, ਇੱਕ ਪੰਕਤੀ ਵੀ ਪੜ੍ਹਦੇ ਆ, ਕਿ ਤੁਹਾਨੂੰ ਪੂਰੀ ਸਮਝ ਆਉਂਦੀ ਆ ਕਿ ਉਹ ਕੀ ਕਹਿੰਦੇ ਨੇ? ਜੇ ਨਹੀਂ ਆਉਂਦੀ ਤਾਂ ਉਹਦੀ ਖੋਜ ਕਰੋ। ਸੋ ਜ਼ਿੰਦਗੀ ਖੋਜ ਪ੍ਰਣਾਲੀ ਆ। ਜਦੋਂ ਤੁਸੀਂ ਖੋਜ ਕਰ ਕਰਕੇ ਅੱਗੇ ਵੱਧਦੇ, ਫਿਰ ਉਹ ਤੁਹਾਡੀ ਸਮਝ ਬਣਦੀ ਆ। ਜਦੋਂ ਸਮਝ ਬਣ ਗਈ ਅਤੇ ਫਿਰ ਜ਼ਿੰਦਗੀ ਸੌਖੀ ਹੋ ਗਈ ਅਤੇ ਜ਼ਿੰਦਗੀ ਸੁੱਖਾਂ ਦੀ ਸੇਜ ਬਣ ਗਈ। ਫਿਰ ਦੁੱਖ ਮਿਟ ਜਾਂਦੇ ਨੇ। ਸੋ ਕੀ ਆ ਆਪਣਾ ਮੇਨ ਮੁੱਦਾ ਅੱਜ, ਜਿਹੜਾ ਵਿਸ਼ਾ ਕੀ ਆ ਆਪਣਾ, ਕਿ ਸੁੱਖ ਅਤੇ ਦੁੱਖ ਸਾਡੀ ਸੋਝੀ 'ਚੋਂ ਉੱਗਦੇ ਆ। ਜੇ ਸਾਨੂੰ ਸਾਰੀਆਂ ਜਾਣਕਾਰੀਆਂ ਹੈਗੀਆਂ ਆ, ਅਸੀਂ ਖੁਦ ਆਪ ਤਜਰਬਾ ਕਰਕੇ ਇਕੱਠੀਆਂ ਕੀਤੀਆਂ ਆ, ਤਾਂ ਅਸੀਂ ਸੁਖੀ ਰਹਿ ਸਕਦੇ ਹਾਂ। ਜੇ ਅਸੀਂ ਦੂਜਿਆਂ ਨੂੰ ਦੇਖ ਦੇਖ ਕੇ ਜਿਉਂਦੇ ਹਾਂ ਕਿ ਉਹਦੇ ਕੋਲ ਆਹ ਚੀਜ਼ਾਂ ਹੈਗੀਆਂ, ਮੇਰੇ ਕੋਲ ਹੈ ਨਹੀਂ, ਪਰ ਸਾਡੇ ਕੋਲ ਇਹ ਸੋਝੀ ਹੈ ਨਹੀਂ ਕਿ ਉਹਦੇ ਕੋਲ ਇਹ ਚੀਜ਼ਾਂ ਕਿਵੇਂ ਆਈਆਂ, ਉਹਨੇ ਮਿਹਨਤ ਕੀਤੀ ਹੋਊਗੀ, ਸਾਡੇ ਕੋਲ ਕਿਉਂ ਨਹੀਂ ਆ। ਅਸੀਂ ਕੀ ਕਰਦੇ ਹਾਂ? ਅਸੀਂ ਆਪਣਾ ਕਰਮ ਦੇਖੀਏ ਕਿ ਅਸੀਂ ਕੀ ਕਰ ਰਹੇ, ਸਾਨੂੰ ਇਹ ਦੁੱਖ ਕਿਉਂ ਆਇਆ, ਕਿਸੇ ਦੂਜੇ ਨੂੰ ਇਹ ਦੁੱਖ ਕਿਉਂ ਨਹੀਂ, ਕਿਸੇ ਦੂਜੇ ਕੋਲ ਇਹ ਸੁੱਖ ਕਿਉਂ ਆ, ਸਾਡੇ ਕੋਲ ਕਿਉਂ ਨਹੀਂ। ਜਦੋਂ ਅਸੀਂ ਆਪਣੇ ਕਰਮਾਂ ਦੇ ਆਧਾਰ 'ਤੇ ਜ਼ਿੰਦਗੀ ਨੂੰ ਦੇਖਣ ਲੱਗ ਗਏ, ਸਮਝਣ ਲੱਗ ਗਏ ਨਾ, ਅਤੇ ਉੱਥੇ ਸੁੱਖ ਆ ਜਾਣੇ ਆ। ਸੋ ਸਮਝਣਾ, ਸਮਝਾਉਣਾ ਅਤੇ ਸਮਝ ਕੇ ਲੈ ਕੇ ਸਮਝ ਨੂੰ ਅੱਗੇ ਵੰਡਣਾ, ਉਹਨੂੰ ਕਹਿੰਦੇ ਆ ਸਰਬੱਤ ਦਾ ਭਲਾ। ਜਿਹੜਾ ਤਜਰਬਾ ਤੁਸੀਂ ਕੀਤਾ
ਉਹ ਦੂਜੇ ਨੂੰ ਵੀ ਬਚਾਓ ਉਸ ਤੋਂ। ਜੇ ਤੁਹਾਨੂੰ ਕੋਈ ਰੋਗ ਸੀ ਉਹਨੂੰ ਤੁਸੀਂ ਠੀਕ ਕਰ ਲਿਆ ਅਤੇ ਦੂਜਿਆਂ ਨੂੰ ਵੀ ਦੱਸੋ ਕਿ ਇਹ ਰੋਗ ਇੱਦਾਂ ਠੀਕ ਹੋ ਸਕਦਾ, ਉਹਨੂੰ ਕਹਿੰਦੇ ਆ ਭਲਾਈ। ਸੋ ਜੀਵਨ ਜਾਂਚ ਤੁਹਾਨੂੰ ਕਿਸੇ ਸਕੂਲ 'ਚ ਨਹੀਂ ਸਿਖਾਈ ਜਾਂਦੀ। ਸੋ ਆਪ ਆਪਣੇ ਸਕੂਲ ਬਣੋ, ਆਪਣੇ ਮਾਸਟਰ ਬਣੋ, ਮਾਸਟਰ ਆਫ ਮਾਈਂਡ ਐਂਡ ਮਾਈਂਡ ਆਫ ਅ ਮਾਸਟਰ। ਬਿਊਟੀਫੁਲ। ਜਿਹੜੇ ਪਰਮ ਪੁਰਖ ਹੋਏ ਨੇ ਉਹ ਮਾਸਟਰ ਆਫ ਮਾਈਂਡ ਸੀਗੇ ਅਤੇ ਉਹਨਾਂ ਦਾ ਮਾਈਂਡ ਮਾਸਟਰ ਸੀ। ਅਤੇ ਤੁਸੀਂ ਜਦੋਂ ਉਸ ਰਾਹ 'ਤੇ ਤੁਰ ਪਏ ਤਾਂ ਜ਼ਿੰਦਗੀ ਬਹੁਤ ਹਸੀਨ ਲੱਗੂਗੀ। ਅਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਹੁਣ ਅਗਲੀਆਂ ਜਿਹੜੇ ਆਉਣ ਵਾਲੇ ਵਿਸ਼ੇ ਨੇ ਉਹ ਵੀ ਤੁਸੀਂ ਕੈਚ ਕਰ ਸਕੋ ਅਤੇ ਆਪਾਂ ਜੁੜੇ ਰਹੀਏ। ਇਹਦੇ ਵਿੱਚ ਸਿਰਫ ਇੰਨੀ ਗੱਲ ਸੀ ਕਿ ਖੋਜ ਕਿਵੇਂ ਕਰਨੀ ਆ ਅਤੇ ਕਾਹਦੀ ਕਰਨੀ ਆ। ਅਤੇ ਅਗਲੇ ਆਉਣ ਵਾਲਿਆਂ 'ਚ ਵਿਸ਼ਿਆਂ 'ਚ ਲੜੀਆਂ 'ਚ ਆਪਾਂ ਗੱਲ ਕਰਾਂਗੇ ਕਿ ਹੋਰ ਜਿਉਣ ਢੰਗ ਕਿਹੜੇ ਹੁੰਦੇ ਆ। ਧੰਨਵਾਦ।